ਸਾਡੀਆਂ ਅਰਦਾਸਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ। ਇਹ ਇੱਕ ਬਹੁਤ ਵੱਡਾ ਅਤੇ ਗਹਿਰਾ ਵਿਸ਼ਾ ਹੈ ਕਿ ਹਰ ਮਨੁੱਖ ਦੇ ਜ਼ੁਬਾਨ 'ਤੇ ਇਹ ਗੱਲ ਰਹਿੰਦੀ ਹੈ ਕਿ ਮੈਂ ਇੰਨੀ ਬਾਣੀ ਪੜ੍ਹਦਾ, ਇੰਨੀ ਸੇਵਾ ਕਰਦਾ, ਪਾਠ ਦਾਨ ਸੇਵਾ ਕਰਨ ਦੇ ਬਾਵਜੂਦ ਵੀ ਪਰਮਾਤਮਾ ਸਾਡੀਆਂ ਮਨੋਕਾਮਨਾ ਪੂਰੀਆਂ ਕਿਉਂ ਨਹੀਂ ਕਰਦਾ। ਪਰ ਇੱਕ ਗੱਲ ਸਭ ਕਰਨ ਦੇ ਬਾਵਜੂਦ ਵੀ ਬੰਦੇ ਦੀ ਇਹ ਗੱਲ ਮਨ ਵਿੱਚ ਖੁਆਇਸ਼ ਰਹਿ ਜਾਂਦੀ ਹੈ ਕਿ ਆਖਰ ਨੁਕਸ ਕਿੱਥੇ ਹੈ, ਕੀ ਵਜ੍ਹਾ ਰਹਿ ਗਈ ਕਿ ਸਾਡੀ ਪਰਮਾਤਮਾ ਕਿਉਂ ਨਹੀਂ ਸੁਣਦਾ। ਅਸਲ ਵਿੱਚ ਕੀ ਹੈ ਕਿ ਅਰਦਾਸ ਕਰਨ ਵੇਲੇ ਤਿੰਨ ਗੱਲਾਂ ਦਾ ਮੁੱਖ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਜਿਵੇਂ ਕਿ ਮਨ ਦੀ ਇਕਾਗਰਤਾ, ਇੱਕ ਵਿਸ਼ਵਾਸ ਪੂਰਨ ਕਿ ਪਰਮਾਤਮਾ ਨੇ ਅਰਦਾਸ ਕਰਦਿਆਂ ਹੁਣੇ ਹਾਜ਼ਰ ਹੋ ਕੇ ਮੇਰੀ ਮਨੋਕਾਮਨਾ ਪੂਰੀ ਕਰ ਦੇਣੀ ਹੈ। ਵਿਸ਼ਵਾਸ ਕੀ ਹੈ। ਅਤੇ ਤੀਜੀ ਇਹ ਗੱਲ ਹੁੰਦੀ ਹੈ ਕਿ ਜਦੋਂ ਅਰਦਾਸ ਕਰਦੇ ਹਾਂ ਆਪਣੀਆਂ ਅੱਖਾਂ ਵਿੱਚੋਂ ਹੰਝੂਆਂ ਵਿਰਾਗਮਈ ਕੰਪਲਸਰੀ ਹੁੰਦਾ ਕਿ ਮਨ ਵਿੱਚ ਵਿਰਾਗ ਹੋਵੇ, ਬਿਰਹਾ ਹੋਵੇ। ਬਿਨ ਵਿਰਾਗ ਨਾ ਛੂਟ ਸਮਾਇਆ, ਮਾਇਆ ਤੋਂ ਉੱਪਰ ਪਰਮਾਤਮਾ ਹੈ। ਇਹ ਤ੍ਰਿਗੁਣੀ ਮਾਇਆ ਕਰਕੇ ਬੰਦੇ ਦੀ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਮਾਇਆ ਦੇ ਵਿੱਚ ਭਰਮ ਹੈ। ਜਿਵੇਂ ਇਹ ਗੱਲਾਂ ਜ਼ਰੂਰੀ ਹੋਣੀਆਂ ਕਿ ਮਨ ਦੀ ਇਕਾਗਰਤਾ, ਇੱਕ ਵਿਸ਼ਵਾਸ ਦ੍ਰਿੜ ਕੇ ਪਰਮਾਤਮਾ ਨੇ ਹਾਜ਼ਰ ਹੋ ਕੇ ਅਰਦਾਸ ਸੁਣ ਹੀ ਲੈਣੀ ਹੈ। ਤੀਜੀ ਗੱਲ ਵੀ ਪਰਮਾਤਮਾ ਮਨ ਵਿੱਚ ਬਿਰਹਾ ਵਿਰਾਗ ਛੋੜਾ ਜ਼ਰੂਰੀ ਹੈ, ਨਿਵਰੇ ਵੀ ਇਹ ਮਹਿਸੂਸ ਹੋਣਾ ਚਾਹੀਦਾ ਮਨ ਵਿੱਚ ਕਿ ਮੇਰੇ ਆਸ ਪਾਸ ਕੋਈ ਨਹੀਂ ਹੈ, ਮੈਂ ਅਤੇ ਪਰਮਾਤਮਾ ਵਿਚਾਲੇ ਫਾਸਲਾ ਖਤਮ ਹੋ ਗਿਆ ਵੀ ਅਸੀਂ ਦੋਵੇਂ ਇਕੱਠੇ ਖੜ੍ਹੇ ਹਾਂ, ਹਾਜ਼ਰ ਹਾਂ। ਫਿਰ ਪਰਮਾਤਮਾ ਉਹਦੀ ਮੇਰੀ ਆਵਾਜ਼ ਨੂੰ ਸੁਣਦਾ ਹੈ। ਆਪਾਂ ਕੀ ਅਰਦਾਸ ਕਰਦੇ ਹਾਂ ਕਿ ਆਪਣਾ ਮਨ ਅਰਦਾਸ ਕਰਦੇ ਹਾਂ ਕਿਤੇ ਹੋਰ ਜਾਂਦਾ ਹੈ, ਮਨ ਕਿਤੇ ਆ, ਤਨ ਕਿਤੇ ਆ, ਮਨ ਖਿੰਡਿਆ ਪਿਆ ਹੁੰਦਾ। ਦੂਜੀ ਵਿਸ਼ਵਾਸ ਹੀ ਨਹੀਂ ਹੁੰਦਾ ਪਰਮਾਤਮਾ ਦੇ ਵੀ ਦਊ ਕਿ ਨਹੀਂ ਦਊਗਾ। ਤੀਜੀ ਗੱਲ ਹੈ ਕਿ ਇੱਕ ਹਾਜ਼ਰੀ ਨਹੀਂ ਸਮਝਦੇ ਪਰਮਾਤਮਾ ਦੀ ਕਿ ਆਪਾਂ ਨੂੰ ਦੋਹਾਂ ਤੋਂ ਬਿਨਾਂ ਕੋਈ ਤੀਜਾ ਵੀ ਹੈ। ਲੋਕਾਂ ਤੋਂ ਵੀ ਧਿਆਨ ਹੁੰਦਾ ਕਿ ਕੋਈ ਦੇਖ ਰਿਹਾ ਮੇਰੀ ਅਰਦਾਸ ਕਰਦਿਆਂ ਨੂੰ। ਵਿਰਾਗ ਨਹੀਂ, ਬਿਰਹਾ ਨਹੀਂ ਹੈ ਕਿ ਮੇਰੀ ਅਰਦਾਸ ਪੂਰੀ ਹੋਵੇ। ਜਿਵੇਂ ਕਿ ਕੋਈ ਸਾਰੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ, ਮੀਂਹ ਨਹੀਂ ਪੈ ਰਿਹਾ ਸੀ ਕਿਸੇ ਪਿੰਡ ਵਿੱਚ ਵੀ, ਸਾਰੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਬਾਹਰ ਖਾਲੀ ਥਾਂ 'ਤੇ ਚੁਣੀ, ਉੱਥੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਵੀ ਸਾਰੇ ਜਣੇ ਹੱਥ ਜੋੜ ਕੇ ਇਕੱਠੇ ਹੋ ਕੇ ਖੜ੍ਹੋ ਕਿ ਇੱਥੋਂ ਵੀ ਮੀਂਹ ਪਾਉਣ ਵਾਸਤੇ ਅਰਦਾਸ ਕਰਾਂਗੇ ਆਪਾਂ ਇਕੱਠੇ ਹੋ ਕੇ। ਅਤੇ ਜਿਹੜੇ ਇਹਦੇ ਪ੍ਰਬੰਧਕ ਸੀਨੀਅਰ ਸੀ ਬੰਦੇ, ਜਿਹੜੇ 5-7 ਬੰਦੇ ਮੁੱਖ ਮੈਂਬਰ ਮੁਖੀ ਸੀ, ਉਹਨਾਂ ਕੋਲ ਇੱਕ ਫੱਕਰਬੰਦੀ ਦਾ ਬੰਦਾ ਜਾ ਖੜੋਤਾ, ਕਹਿੰਦੇ ਤੁਸੀਂ ਕਾਹਦੇ ਵਾਸਤੇ ਖੜ੍ਹੇ ਹੋ ਉੱਥੇ, ਸਾਡਾ ਪਿੰਡ ਇਕੱਠਾ ਕੀਤਾ ਵਾ, ਘਰ ਦੇ ਕੰਮ ਕਾਰ ਛੱਡ ਕੇ ਇੱਥੇ ਖੜ੍ਹੇ ਹੋਂ। ਅਤੇ ਉਹ ਜਥੇਦਾਰ ਕਹਿਣ ਲੱਗੇ ਕਿ ਮੀਂਹ ਨਹੀਂ ਪੈ ਰਿਹਾ ਬਾਬਾ ਜੀ, ਮੀਂਹ ਦੀ ਅਰਦਾਸ ਕਰਨੀ ਹੈ। ਉਹ ਫੱਕਰ ਕਹਿੰਦਾ ਵੀ ਠੀਕ ਹੈ, ਸਹੀ ਗੱਲ ਹੈ, ਕਿਉਂਕਿ ਅਰਦਾਸ ਸੁਣ ਹੀ ਲੈਣੀ ਤੁਹਾਡੀ, ਪਰਮਾਤਮਾ ਨੇ ਅਰਦਾਸ ਕਰਨਗੇ ਸਾਰੇ ਇਕੱਠੇ ਹੋ ਕੇ ਅਤੇ ਪਰਮਾਤਮਾ ਸੁਣੂਗਾ, ਮੀਂਹ ਲਾਜ਼ਮੀ ਪਊਗਾ। ਪਰ ਇੱਕ ਗੱਲ ਵੀ ਹੈ ਕਿ ਮੀਂਹ ਬਹੁਤ ਜ਼ਿਆਦਾ ਪਊਗਾ ਅਤੇ ਤੁਹਾਡੇ ਕੋਲ ਕੋਈ ਮੀਂਹ ਤੋਂ ਬਚਣ ਵਾਸਤੇ ਕੋਈ ਪ੍ਰਬੰਧ ਤਾਂ ਕੀਤਾ ਨਹੀਂ ਹੈਗਾ, ਛਤਰੀਆਂ, ਕੋਈ ਓਲਾ, ਕੋਈ ਸਟੋਰ, ਕੁਛ ਕੀਤਾ ਨਹੀਂ ਹੈਗਾ ਪ੍ਰਬੰਧ ਵੀ ਮੀਂਹ ਬਹੁਤ ਜ਼ਿਆਦਾ ਪਊਗਾ। ਅਤੇ ਇਹ ਗੱਲ ਸੁਣ ਕੇ ਉਹ ਜਥੇਦਾਰ 'ਚੋਂ ਇੱਕ ਕਹਿਣ ਲੱਗਿਆ ਬਾਬਾ ਜੀ ਪਤਾ ਨਹੀਂ ਮੀਂਹ ਪੈਣਾ ਕਿ ਨਹੀਂ ਪੈਣਾ ਹੈਗਾ, ਵੀ ਅਸੀਂ ਤਾਂ ਅਰਦਾਸ ਕਰਨ ਆਏ ਹਾਂ। ਫਿਰ ਉਹ ਫੱਕਰ ਦੂਜੇ ਪਾਸੇ ਹੋ ਗਿਆ ਜੀ ਮੀਂਹ ਪੈਣਾ ਹੀ ਨਹੀਂ, ਫਿਰ ਇੰਨੇ ਲੋਕਾਂ ਨੂੰ ਘਰ ਉਹਦੇ ਕੰਮ ਕਰ ਛੱਡ ਕੇ ਅਤੇ ਇਕੱਠੇ ਕਿਉਂ ਕੀਤਾ, ਉਹਨੂੰ ਵਿਸ਼ਵਾਸ ਹੀ ਨਹੀਂ ਮੀਂਹ ਪੈਣਾ ਹੀ ਨਹੀਂ ਹੈਗਾ, ਫਿਰ ਇਹਨਾਂ ਲੋਕਾਂ ਨੂੰ ਇਕੱਠੇ ਕਿਉਂ ਕੀਤਾ। ਗੱਲ ਉੱਥੇ ਆ ਗਈ ਵਿਸ਼ਵਾਸ 'ਤੇ, ਭਰੋਸਾ ਹੀ ਨਹੀਂ ਪਰਮਾਤਮਾ ਦਊ ਕਿ ਨਾ ਦਊਗਾ, ਤਾਂ ਕਰਕੇ ਪਰਮਾਤਮਾ ਆਪਣੀ ਅਰਦਾਸਾਂ ਨਹੀਂ ਸੁਣਦਾ। ਇਹ ਗੱਲਾਂ ਨੂੰ ਗੱਲ ਮੇਨ ਵੀ ਮਨ ਦੀ ਇਕਾਗਰਤਾ, ਵਿਸ਼ਵਾਸ ਦ੍ਰਿੜ ਅਤੇ ਬਿਲਕੁਲ ਹਾਜ਼ਰ ਸਮਝਣਾ। ਜਿਵੇਂ ਆਪਾਂ ਕਿਸੇ ਨੂੰ ਚੀਜ਼ ਦਿੰਦੇ ਹਾਂ, ਦੇਗ ਦੇ ਰਹੇ ਹਾਂ, ਦੇਗ ਲੈਣ ਵਾਲਾ ਦੋਨੇ ਉਂਗਲਾਂ ਜੋੜੀਆਂ ਹੋਣ ਅਤੇ ਦੇਣ ਵਾਲੇ ਦਾ ਪੂਰਾ ਧਿਆਨ ਮੈਂ ਇਸ ਨੂੰ ਚੀਜ਼ ਦੇ ਦੇਣੀ, ਉਹਦੇ ਹੱਥ 'ਤੇ ਟਿਕਾਉਣੀ ਹੈਗੀ ਆ, ਦੇ ਦੇਣ ਅਤੇ ਲੈਣ ਵਾਲਾ ਧਿਆਨ ਬਰਾਬਰ ਹੋਣਾ ਚਾਹੀਦਾ, ਤਾਂ ਪਰਮਾਤਮਾ ਦਿੰਦਾ। ਨਹੀਂ ਤਾਂ ਚੀਜ਼ ਕਹਿੰਦੇ ਕਰਮੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਕਰ ਹੱਥਾਂ ਨੂੰ ਕਹਿੰਦੇ ਨੇ, ਕਿਸਮਤ ਵਿੱਚ ਅੰਮ੍ਰਿਤ ਆਇਆ ਅਤੇ ਉਂਗਲਾਂ ਖੋਲ੍ਹ ਲਈਆਂ, ਉਂਗਲਾਂ ਜੋੜ ਕੇ ਅੰਮ੍ਰਿਤ ਪਾਉਣ ਵਾਸਤੇ ਚੂਲੀ ਪੂਰੀ ਤਿਆਰ ਕਰਨੀ। ਖਿਸਰ ਗਏ ਭੂਮ ਪਰ ਡਾਰਿਓ, ਅੰਮ੍ਰਿਤ ਰੁਕਿਆ ਨਾ, ਉਹ ਉਂਗਲਾਂ ਖੁੱਲ੍ਹੀਆਂ ਰਹਿ ਗਈਆਂ। ਅਤੇ ਕਰਮੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਏ ਭੂਮ ਪਰ ਡਾਰਿਓ। ਉੱਧਰ ਪਰਮਾਤਮਾ ਦੇ ਰਿਹਾ ਸੀ ਅਤੇ ਆਪਣੇ 'ਚ ਸ਼ੱਕ ਪੈ ਗਿਆ, ਪਰਮਾਤਮਾ ਦਊ ਕਿ ਨਾ ਦਊਗਾ, ਵਿਸ਼ਵਾਸ ਹੀ ਨਹੀਂ, ਮਨ ਦੀ ਇਕਾਗਰਤਾ ਨਹੀਂ। ਕਹਿੰਦੇ ਜਦੋਂ ਈੜਾ ਅਤੇ ਪਿੰਗਲਾ ਨਾੜੀ ਵਿੱਚ ਜਦੋਂ ਸਵਾਸ ਚਲੇ ਜਾਂਦੇ ਆ ਅਤੇ ਸਵਾਸ ਪੇਟ 'ਚੋਂ ਆਉਣ ਕਰਕੇ ਬਕੁੰਠ ਸਨਮੁਖ ਨਾੜੀ ਵਿੱਚ ਨਹੀਂ, ਸੁਖਮਨਾ ਨਾੜੀ 'ਚ ਧਿਆਨ ਪਹੁੰਚਦਾ ਅਤੇ ਉੱਥੇ ਇਕਾਗਰਤਾ ਹੋਵੇ ਪੂਰੀ ਵੱਧਦੀ ਹੈ। ਮੱਥੇ ਦੀ ਤ੍ਰਿਕੁਟੀ 'ਤੇ ਦੇਣੀ ਕਹੈ, ਸੁਖਮਨਾ ਨਾੜੀ 'ਤੇ ਮਨ ਟਿਕਾਉਣ ਨਾਲ, ਧਿਆਨ ਇਕਾਗਰਤਾ ਨਾਲ ਪਰਮਾਤਮਾ, ਮਨ ਨੂੰ ਸ਼ਾਂਤੀ ਆਉਂਦੀ ਹੈ, ਮਨ ਦੀ ਸ਼ਾਂਤੀ ਪਰਮਾਤਮਾ ਦੀ ਹਾਜ਼ਰੀ ਹੁੰਦੀ ਹੈ।
ਮਨ ਨੂੰ ਸ਼ਾਂਤ ਆ ਗਈ, ਟਿਕਾ ਆ ਗਿਆ। ਭਾਵੇਂ ਕੰਮ ਹੋਵੇ ਚਾਹੇ ਨਾ ਹੋਵੇ, ਦਰਦ ਹੋ ਰਹੀ ਹੋਵੇ, ਦਰਦ ਨੂੰ ਰਾਹਤ ਨਾ ਹੋਵੇ, ਮਨ ਦੀ ਇਕਾਗਰਤਾ ਸਭ ਤੋਂ ਵੱਡੀ ਹੈ। ਮਨ ਨੂੰ ਸ਼ਾਂਤੀ ਆਉਣੀ, ਅਰਦਾਸ ਸੁਣੀ ਜਾਣ ਦੀ ਪਹਿਲੀ ਨਿਸ਼ਾਨੀ ਮੁੱਖ ਇਹੀ ਹੁੰਦੀ ਕਿ ਮਨ ਨੂੰ ਸ਼ਾਂਤੀ ਆਉਣ ਲੱਗੀ। ਪਹਿਲਾਂ ਨਾਲੋਂ ਦੁੱਖ ਓਨਾ ਹੀ ਹੁੰਦਾ ਵਾ, ਲੇਕਿਨ ਮਨ ਨੂੰ ਸ਼ਾਂਤੀ ਭਰੋਸਾ ਹੁੰਦਾ। ਜਿਵੇਂ ਕੋਈ ਬੰਦੇ ਨੂੰ ਕੋਈ ਆ ਰਿਹਾ ਹੋਵੇ, ਬੰਦਾ ਉਡੀਕ ਰਿਹਾ ਬਹੁਤ ਦੂਰ ਆ, ਵਿਸ਼ਵਾਸ ਹੋ ਜਾਂਦਾ ਕਿ ਉਹ ਆ ਰਿਹਾ, ਦਿਸਣ ਲੱਗ ਗਿਆ ਮਾੜਾ ਮਾੜਾ, ਹਲਕ ਕੋਲ ਨਹੀਂ ਹੁੰਦਾ ਗਾ। ਉਹ ਕੋਲ ਆਉਂਦੇ ਉਹਨੂੰ ਘੰਟਾ ਲੱਗ ਜਾਂਦਾ। ਇੱਕ ਮੈਸੇਜ ਵੀ ਆ ਦੇ, ਆਪਾਂ ਨੂੰ ਵਿਸ਼ਵਾਸ ਹੁੰਦਾ ਕਦਾ ਮੈਸੇਜ ਆ ਕੇ ਬੰਦਾ ਲਾਜ਼ਮੀ ਆਊਗਾ ਆਪਣੇ ਕੋਲ। ਇਹੀ ਵਿਸ਼ਵਾਸ ਹੈ, ਮਨ ਦੀ ਇਕਾਗਰਤਾ, ਮਨ ਦੀ ਠੰਡ ਸੀਤਲਤਾ, ਇਹੀ ਸਭ ਤੋਂ ਵੱਡਾ ਵਿਸ਼ਵਾਸ ਪਰਮਾਤਮਾ ਦੀ ਹਾਜ਼ਰੀ ਆ। ਅਤੇ ਬਾਕੀ ਦੂਜੀਆਂ ਗੱਲਾਂ ਹੁੰਦੇ, ਕਈ ਲੋਕ ਸੁੱਖਾਂ ਸੁੱਖ ਕੇ ਅਰਦਾਸ ਕਰਦੇ ਨੇ ਵੀ ਸਾਡੀਆਂ ਸੁੱਖ ਸੁੱਖੀ ਸੁੱਖਣਾ ਸੁੱਖਣੀ ਹੈ ਪ੍ਰਮਾਤਮਾ, ਮੈਂ ਇੰਨੇ ਦਿਨ ਸੇਵਾ ਕਰੂੰਗਾ, ਮੈਂ 40 ਦਿਨ ਸੇਵਾ ਕਰੂੰਗਾ, ਮੇਰੀ ਗਰੀਬੀ ਦੂਰ ਹੋ ਜਾਏ, ਜਾਂ ਮੇਰਾ ਕੋਈ ਕੰਮ ਕਾਰ ਨੌਕਰੀ ਲੱਗ ਜਾਵੇ, ਜਾਂ ਨਾ ਮਿਲ ਜਾਵੇ। ਇਹ ਸ਼ਰਧਾ ਭਾਵਨਾ, ਇਹ ਸ਼ਰਤਾਂ ਰੱਖ ਕੇ ਕੀਤੀ ਜਾਂਦੀ ਹੈ, ਸੀਮਾ ਰੱਖੀ ਹੁੰਦੀ ਹੈ ਵੀ ਮੈਂ ਆਹ ਕੰਮ ਕਰੂੰ ਪ੍ਰਮਾਤਮਾ ਤੇਰਾ, ਤੂੰ ਮੇਰਾ ਆਹ ਕੰਮ ਰਾਸ ਕਰ ਦੇ। ਕਹਿੰਦੇ ਨਾ, ਕੋਈ ਸ਼ਰਤ ਹੋਤੀ ਨਹੀਂ ਪਿਆਰ ਮੇਂ, ਮਗਰ ਪਿਆਰ ਸ਼ਰਤੋਂ ਪੇ ਤੂਨੇ ਕੀਆ। ਪਿਆਰ 'ਚ ਕੋਈ ਸ਼ਰਤ ਨਹੀਂ ਹੁੰਦੀ ਗੀ, ਪਰ ਆਪਾਂ ਸ਼ਰਤਾਂ ਲਾ ਕੇ ਕੰਮ ਕਰਨਾ। ਜਿਵੇਂ ਤੰਤਰਿਕ ਸ਼ਿਲਾ ਕੱਢਦੇ ਨੇ ਨਾ, ਉਹ ਸ਼ਰਤ ਲਾ ਕੇ ਕੱਢਦੇ ਨੇ ਵੀ ਮੈਂ 40 ਦਿਨ ਤੇਰਾ ਨਾਮ ਜਪੂੰਗਾ, ਤੜਕੇ ਉੱਠ ਕੇ ਕੇਸੀ ਨਹਾ ਕੇ, ਉਹ 108 ਉੱਤਰੀ ਦੀ ਮਾਲਾ ਲੈਣੀ। ਜਿਵੇਂ ਆ ਸੰਕਟ ਮੋਚਨ ਵੀ ਮਿਲਦੇ ਨੇ ਬਾਜ਼ਾਰ 'ਚ, ਗੁਰਬਾਣੀ ਦੇ ਸ਼ਬਦ ਲਿਖੇ ਹੋਏ, ਸੰਕਟ ਮੋਚਨ ਪੜ੍ਹ ਕੇ ਇੱਕ ਸ਼ਬਦ ਦੀ ਆਰਾਧਨਾ ਕਰਨੀ, ਪਰਮਾਤਮਾ ਮਿਹਰ ਕਰੇ, ਮੈਂ ਆ ਜਾਪ ਕਰੂੰਗਾ ਕੇਸੀ ਨਹਾ ਕੇ, ਅਤੇ ਪਰਮਾਤਮਾ ਫਲ ਦੇਵੇ। ਸ਼ਰਤ ਲਾ ਕੇ ਪਰਮਾਤਮਾ ਸੁਣਦਾ ਹੈ, ਉਹ ਦਿੰਦਾ ਵੀ ਹੈ ਸਭ ਕੁਛ। ਲੇਕਿਨ ਕਿਉਂਕਿ ਜਦੋਂ ਚੀਜ਼ ਮਿਲ ਜਾਂਦੀ ਹੈ ਨਾ, ਉਹਦੀ ਸੀਮਾ ਖਤਮ ਹੋ ਜਾਂਦੀ ਹੈ। ਵੀ ਜਿਵੇਂ ਆਪਾਂ ਨੂੰ ਕੰਮ ਹੋ ਗਿਆ, ਆਪਾਂ ਬਾਣੀ ਪੜ੍ਹਨੀ ਛੱਡ ਦਿੰਦੇ ਹਾਂ, ਕਿਉਂਕਿ ਸ਼ਰਤ ਰੱਖੀ ਸੀ ਪਹਿਲਾਂ ਵੀ ਇੰਨੇ ਚਿਰ ਮੇਰਾ ਕੰਮ ਠੀਕ ਹੋਊਗਾ, ਮੈਂ ਆਹ ਕੰਮ ਕਰੂੰਗਾ, ਇੰਨੇ ਪੈਸੇ, ਇੰਨੀ ਕੀਮਤ, ਆਹ ਚੀਜ਼ ਦੀ ਉਹ ਕੀਮਤ ਲੱਗੀ ਹੁੰਦੀ ਹੈ ਨਾ। ਫਿਰ ਸ਼ਰਤਾਂ ਨਾਲ ਪਿਆਰ ਨਹੀਂ ਹੁੰਦਾ ਗਾ। ਉਹ ਮੁੱਲ ਦੀ ਇੱਕ ਸ਼ਰਤ ਲਾ ਕੇ ਚੀਜ਼ ਖਰੀਦੀ ਹੋਈ। ਜੇ ਸੰਸਾਰ 'ਚ ਸ਼ਰਤਾਂ ਲਾ ਕੇ ਚੀਜ਼ ਚੱਲਦੀ ਹੈ ਨਾ, ਹਰ ਚੀਜ਼ ਕੀਮਤ ਲੱਗਦੀ ਆ, ਪਿਆਰ ਦੀ ਕੋਈ ਕੀਮਤ ਨਹੀਂ ਗੀ। ਪ੍ਰੇਮ ਕੇਸਰ ਲਾਗੇ ਤਨ ਪੀਤਰ, ਤੋਂ ਭਰਮ ਕਾਟਿਆ ਜਾਈ। ਅਤੇ ਇਹ ਸ਼ਰਤ ਲਾ ਕੇ ਚੀਜ਼ਾਂ ਲਈਆਂ ਹੋਈਆਂ। ਉਹ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ। ਜਦੋਂ ਦਾਤ ਮਿਲ ਜਾਂਦੀ ਹੈ ਨਾ, ਦਾਤਾਰਾ ਦੇਣ ਵਾਲ ਪਰਮਾਤਮਾ ਨੂੰ ਵਿਸਰ ਜਾਂਦੇ ਆ, ਕਿਉਂਕਿ ਸ਼ਰਤ ਲਾ ਕੇ ਕੀਤਾ ਹੋਇਆ ਕੰਮ ਆ ਨਾ। ਉਸ ਤੋਂ ਬਾਅਦ ਆਪਾਂ ਬਾਣੀ ਪੜ੍ਹਨ ਨੂੰ ਮਨ ਵੀ ਨਹੀਂ ਕਰਦਾ ਹੈਗਾ, ਕਿਉਂਕਿ ਕੰਮ ਠੀਕ ਹੋ ਗਿਆ। ਕੋਈ ਬੰਦਾ ਸਾਧੂ ਸੰਤ ਕੋਲ ਜਾਂਦਾ ਹੈ, ਬਾਬਾ ਜੀ ਕਿਰਪਾ ਕਰੋ ਮੇਰਾ ਕੰਮ ਠੀਕ ਹੋ ਜੇ, ਤਾਂ ਬਾਬਾ ਜੀ ਵਚਨ ਕਰਦੇ ਨੇ, ਆਹ ਸ਼ਬਦ ਜਾਪ ਕਰਿਆ ਕਰ 40 ਦਿਨ, ਫਿਰ ਕੰਮ ਠੀਕ ਹੋ ਜਾਊਗਾ। ਜਦੋਂ 40 ਦਿਨ ਕੰਮ ਠੀਕ ਹੋ ਜਾਂਦਾ, ਭੁੱਲ ਵਿਸਰ ਜਾਂਦੇ ਆ। ਪੁੱਛੋ ਜੀ, ਕੋਈ ਦੂਸਰਾ ਪੁੱਛਦਾ ਤੁਹਾਡੇ ਕਿਹੜੇ ਬਾਬੇ ਤੋਂ ਕੰਮ ਠੀਕ ਹੋਇਆ ਜੀ, ਫਲਾਣੇ ਬਾਬੇ ਕੋਲ ਗਏ ਸੀ, ਉਹਨੇ ਆਹ ਸ਼ਬਦ ਦਿੱਤਾ ਸੀਗਾ, ਕੰਮ ਠੀਕ ਹੋ ਗਿਆ। ਉਹਨੂੰ ਪੁੱਛੇ ਹੁਣ ਸ਼ਬਦ ਪੜ੍ਹਦੇ? ਨਹੀਂ, ਹੁਣ ਨਹੀਂ ਪੜ੍ਹਦੇ, ਕਿਉਂਕਿ ਪਰਮਾਤਮਾ ਨੂੰ ਹੀ ਪਤਾ ਵੀ ਇਹ ਮਤਲਬ ਨੂੰ ਹੀ ਆਇਆ, ਇਹਨੇ ਸੀਮਾ ਰੱਖੀ ਆ ਮੇਰਾ ਕੰਮ ਠੀਕ ਹੋ ਜੇ। ਰੱਬ ਫਿਰ ਉਨਾ ਹੀ ਕੰਮ ਉਹ ਦੇ ਕੇ ਉਹਦੀ ਗੱਲ ਖਤਮ ਕਰਦੀ, ਫਾਈਲ ਬੰਦ ਕਰ ਦਿੰਦਾ, ਲੈ ਵੀ ਆਹ ਚੀਜ਼ ਤੇਰੀ ਅਤੇ ਆਹ ਮੇਰੀ ਗੱਲ ਖਤਮ ਹੋ ਗਈ। ਕਿਉਂਕਿ ਪ੍ਰੇਮ ਨਹੀਂ ਨਾ ਹੈ, ਸੰਸਾਰੀ ਸ਼ਰਤ ਰੱਖੀ ਗਈ। ਇਸ ਕਰਕੇ ਉਹ ਸ਼ਰਤਾਂ ਨੇ ਕੀਤੇ ਇਹਨੂੰ ਪਿਆਰ ਨਹੀਂ ਕਹਿੰਦੇ ਗੇ। ਕੋਈ ਸ਼ਰਤ ਹੋਤੀ ਨਹੀਂ ਪਿਆਰ ਮੇਂ, ਗੱਲ ਉੱਥੇ ਆ ਕਰਦੀ, ਪਿਆਰ 'ਚ ਕੋਈ ਸ਼ਰਤ ਨਹੀਂ ਹੁੰਦੀ ਗੀ। ਬਾਕੀ ਪਰਮਾਤਮਾ ਤਾਂ ਨਹੀਂ ਸੁਣਦਾ ਕਿ ਆਪਾਂ ਕਿਸੇ ਚੀਜ਼ ਨੂੰ ਲਗਨ ਨਾਲ ਕਰੀਏ ਨਾ। ਜਿਵੇਂ ਧਿਆਨ ਇਕਾਗਰ ਰੱਖੀਏ, ਜਿਹੜਾ ਪਿੰਗਲਾ ਨਾੜੀਆਂ ਤੋਂ ਧਿਆਨ ਹਟਾ ਕੇ ਸੁਖਮਨੀ ਨਾੜੀ 'ਚ ਤ੍ਰਿਕੁਟੀ ਮੱਥੇ ਦੀ ਮਨ ਨੂੰ ਟਿਕਾਉਣ ਤੋਂ ਜਿਹੜੀ ਸ਼ਰਧਾ ਨਾਲ ਕੀਤੀ ਹੋਈ, ਉਹ ਤ੍ਰਿਕੁਟੀ 'ਚ ਅਰਦਾਸ ਕੀਤੀ, ਪਰਮਾਤਮਾ ਜ਼ਰੂਰ ਸੁਣਦਾ ਹੈ। ਅਤੇ ਲਗਾਤਾਰ ਰੋ ਰੋ ਕੇ ਅਰਦਾਸ ਬਿਰਹਾ 'ਚ ਕਰਨੀ, ਦੁੱਖ ਸੁਣਦਾ ਹੈ। ਲੇਕਿਨ ਸਮਾਂ ਲੰਘਣ ਤੋਂ ਬਾਅਦ ਉਹ ਗੱਲਾਂ ਜਦੋਂ ਯਾਦ ਆਉਂਦੀਆਂ ਨਾ, ਉਹ ਫਿਰ ਆਪਾਂ ਕਹਿੰਦੇ ਵੀ ਉਸ ਵੇਲੇ ਮੈਂ ਦੁਖੀ ਸੀ, ਮੈਂ ਅਰਦਾਸ ਕੀਤੀ, ਪਰਮਾਤਮਾ ਨੇ ਸੁਣ ਲਈ, ਲੇਕਿਨ ਹੁਣ ਨਹੀਂ ਸੁਣਦਾ, ਕਿਉਂਕਿ ਸੀਮਾ ਸੀਗੀ। ਠੇਕੇ 'ਤੇ ਕੀਤਾ ਹੋਇਆ ਕੰਮ, ਇੱਕ ਦਿਹਾੜੀ 'ਤੇ ਕੀਤਾ, ਠੇਕੇ ਦੀ ਸੀਮਾ ਹੁੰਦੀ ਹੈ, ਇੰਨੇ ਪੈਸੇ ਆ, ਬਿਲਡਿੰਗ ਬਣੀ, ਇੰਨੇ ਰੁਪਈਏ, ਇੰਨਾ ਕੰਮ, ਉਹ ਠੇਕੇ ਵਾਲਾ ਕੰਮ ਹੋ ਗਿਆ ਨਾ। ਤਾਂ ਕਰਕੇ ਫਿਰ ਸ਼ਰਤਾਂ ਹੁੰਦੀਆਂ, ਪਿਆਰ 'ਚ ਕੋਈ ਸ਼ਰਤ ਨਹੀਂ ਹੁੰਦੀ। ਲੇਕਿਨ ਲਗਨ ਹੋਵੇ, ਕੋਈ ਸਾਧਨਾ ਕਰਨੀ ਪੈਂਦੀ ਹੈ। ਸੰਤ ਮਹਾਂਪੁਰਖ ਬਚਨ ਦਿੰਦੇ ਨੇ, ਪਹਿਲਾਂ ਤੋਂ ਆਪ ਸਾਧਨਾ ਨਾਲ ਨਿਤਨੇਮ ਕਰਦੇ ਨੇ, 5-5 6-6 ਘੰਟੇ ਰੋਜ਼ਾਨਾ ਨਿਤਨੇਮ, ਸਾਦੀ ਹੋਈ ਚੀਜ਼। ਜਿਵੇਂ ਕੋਈ ਸਾਈਕਲ ਸਿੱਖਣ ਲੱਗਿਆ, ਬਹੁਤ ਜ਼ਿਆਦਾ ਲੱਤਾਂ ਪੈਰਾਂ ਪੈਡਲ ਚਲਾਉਣੇ ਪੈਂਦੇ ਨੇ, ਡਿੱਗਦੇ ਆ, ਗੁੱਡੇ ਪਾਲਣੇ, ਕਿਤੇ ਡਿੱਗ ਪਏ, ਸੱਟ ਲੱਗੀ, ਫਿਰ ਉੱਠ ਕੇ ਚਲਾਉਂਦੇ ਆ, ਅਭਿਆਸ ਹੋ ਜਾਂਦਾ। ਕਦੇ ਕਰਤ ਅਭਿਆਸ, ਸਿਲ ਪਰ ਪੜਤ ਨਿਸ਼ਾਨ, ਅਭਿਆਸ ਕਰਦੇ ਕਹਿੰਦੇ ਪੱਥਰ 'ਤੇ ਨਿਸ਼ਾਨ ਪੈ ਜਾਂਦੇ ਨੇ, ਫਿਰ ਉਹ ਚੀਜ਼ ਆ ਜਾਂਦੀ ਹੈ। ਐਵੇਂ ਮਹਾਂਪੁਰਸ਼ ਕਰਦੇ ਨੇ, ਬਹੁਤ ਜ਼ਿਆਦਾ ਬੰਦਗੀ ਕਰਦੇ, ਮਨ ਟਿਕਾ ਕੇ, ਪਰਮਾਤਮਾ ਮਿਹਰ ਕਰਦਾ, ਉਹ ਲੋਕਾਂ ਨੂੰ ਦਾਤਾਂ ਵੰਡਣ ਲੱਗ ਜਾਂਦੇ ਨੇ। ਦਾਤਾਂ ਦੇ ਵਚਨ ਪੂਰੇ ਹੁੰਦੇ ਨੇ, 5 ਵਚਨ ਪੂਰੇ ਹੁੰਦੇ ਨੇ, ਕਿ ਆਪ ਕੋਲ 2 ਬਹੁਤ ਜ਼ਿਆਦਾ ਦਾਤ ਆ ਜਾਂਦੀ, ਪਰਮਾਤਮਾ ਨੂੰ ਬਖਸ਼ਿਸ਼ ਦਿੰਦਾ ਵਾ। ਜਿਵੇਂ ਕੋਈ ਇੱਕ ਲਾਇਸੈਂਸ ਬਣ ਜਾਂਦਾ ਉਹ ਮਹਾਂਪੁਰਸ਼ਾਂ ਦਾ, ਵੀ ਉਹ ਚੋਲਾ ਪਾਇਆ, ਮਹਾਂਪੁਰਸ਼ ਨੇ ਵਰਦੀ ਪਾਈ ਹੈ, ਵਚਨ ਪੂਰੇ ਹੋਣਗੇ। ਵਾਕ ਸਿੱਧੀ ਕਹਿੰਦੇ ਨੇ, ਵਾਕ ਸਿੱਧ ਹੋਣ ਲੱਗ ਗਿਆ। ਇਹਨਾਂ ਨੁਕਸਾਂ ਕਰਕੇ ਪਰਮਾਤਮਾ ਮੇਰੇ ਅਰਦਾਸਾਂ ਨਹੀਂ ਸੁਣਦਾ, ਕਿ ਆਪਾਂ ਲਗਨ ਨਾਲ, ਬਿਰਹਾ ਨਾਲ, ਅੱਖਾਂ 'ਚੋਂ ਹੰਝੂ ਭਰਨੇ, ਜਾਂ ਮਤਲਬ ਇਕਾਗਰਤਾ ਨਾਲ, ਦੋਵਾਂ ਆਪਸ ਦੇ ਪਰਮਾਤਮਾ ਵਿਚਾਲੇ ਫਾਸਲਾ ਖਤਮ ਕਰਕੇ ਅਰਦਾਸ ਕਰਨੀ ਚਾਹੀਦੀ ਹੈ। ਕਿ ਤੀਸਰਾ ਇਹ ਮਹਿਸੂਸ ਭੁੱਲ ਜਾਣਾ ਚਾਹੀਦਾ ਕਿ ਕੋਈ ਮੇਰੇ ਕੋਲ ਤੀਸਰਾ ਵੀ ਕੋਈ ਖੜ੍ਹਾ ਹੈ, ਤਾਂ ਪਰਮਾਤਮਾ ਸੁਣਦਾ ਹੈ। ਇਸ ਵੇਲੇ ਇਹਨਾਂ ਗੱਲਾਂ ਦਾ ਵਿਚਾਰ ਕਰਕੇ
ਬਾਕੀ ਤੁਹਾਡੇ ਕਮੈਂਟ ਦੇਖ ਕੇ ਅਗਲਾ ਵੀਡੀਓ ਦੇਖਾਂ ਕਿਸ ਸਬਜੈਕਟ 'ਤੇ ਵੀਡੀਓ ਬਣਾਉਣੀ ਹੋਈ